मन कम तरीन गुनाहगार हिच मदहाकारा तूई गुनाह बख्श हाकम फैयाज तूई दारा रजाक हक खावन खुद खसम अल्लाह यारा हर कसे के यादे करद सुरखरू दरबारा। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਬੈਠੇ ਗੁਰੂ ਵਾਲੇ ਖਾਲਸਾ ਜੀ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਤੀਸਰਾ ਗੁਰਮਤਿ ਵਿਚਾਰ ਕੈਂਪ ਅੱਜ ਤੀਸਰੇ ਦਿਨ ਦੇ ਵਿੱਚ ਪਹੁੰਚ ਚੁੱਕਾ। ਆਪ ਜੀ ਨੇ ਬੋਲਣ ਦਾ ਸਮਾਂ ਬਖਸ਼ਿਆ, ਧੰਨਵਾਦ ਕਰਦਾ। ਅਸੀਂ ਜਦੋਂ ਵਿੱਦਿਆ ਸ਼ਬਦ ਵਰਤਦੇ ਹਾਂ, ਵਿੱਦਿਆ ਉਹਦੇ ਕਈ ਅਰਥ ਲੈ ਲੈਂਦੇ ਹਾਂ। ਵਿੱਦਿਆ ਦਾ ਅਸੀਂ ਇੱਕ ਅਰਥ ਲੈਂਦੇ ਹਾਂ ਕਿ ਵਿੱਦਿਆ ਉਹ ਹੁੰਦੀ ਹੈ ਜਿਹਦੇ ਨਾਲ ਅਸੀਂ ਜ਼ਿੰਦਗੀ ਜਿਉਂਦੇ ਹਾਂ। ਵਿੱਦਿਆ ਉਹ ਹੁੰਦੀ ਹੈ ਜਿਹੜਾ ਸਾਡਾ ਵਿਕਾਸ ਕਰਦੀ ਹੈ। ਵਿੱਦਿਆ ਉਹ ਹੁੰਦੀ ਹੈ ਜਿਹੜੀ ਸਾਨੂੰ ਰੋਜੀ ਰੋਟੀ 'ਤੇ ਲਾਉਂਦੀ ਹੈ। ਪਰ ਇਹ ਸਾਰੀਆਂ ਚੀਜ਼ਾਂ ਵਿੱਦਿਆ ਦਾ ਪ੍ਰਸਾਦ ਹਨ। ਵਿੱਦਿਆ ਦਾ ਘੇਰਾ ਬਹੁਤ ਵੱਡਾ ਤੇ ਵਿਲੱਖਣ ਹੈ। ਵਿੱਦਿਆ ਲਈ ਸ਼ਬਦ ਵਰਤਿਆ ਜਾਂਦਾ ਇੰਗਲਿਸ਼ ਦੇ ਵਿੱਚ ਐਜੂਕੇਸ਼ਨ, ਅਸੀਂ ਸਿੱਖਿਆ ਵਰਤ ਲੈਂਦੇ ਹਾਂ। ਪਰ ਸਿੱਖਣਾ ਜਾਂ ਐਜੂਕੇਸ਼ਨ ਹਾਸਲ ਕਰਨੀ, ਇਹਦੀਆਂ ਵੱਖ-ਵੱਖ ਥਿਊਰੀਆਂ ਨੇ। ਵਿੱਦਿਆ ਦੀ ਕੋਈ ਵੀ ਥਿਊਰੀ ਨਹੀਂ। ਵਿੱਦਿਆ ਉਹ ਹੈ ਜਿਹਦੇ ਨਾਲ ਜੀਵਨ, ਸਮਾਜ, ਧਰਮ, ਦਰਸ਼ਨ ਅਤੇ ਆਤਮਾ ਪਰਮਾਤਮਾ ਨੂੰ ਜਾਣਿਆ ਜਾ ਸਕੇ, ਉਹਨੂੰ ਵਿੱਦਿਆ ਕਹਿੰਦੇ। ਜਿਹਦੇ ਨਾਲ ਸਮਾਜ, ਜੀਵਨ, ਧਰਮ, ਦਰਸ਼ਨ, ਆਤਮਾ ਅਤੇ ਪਰਮਾਤਮਾ ਨੂੰ ਜਾਣਿਆ ਜਾ ਸਕੇ, ਉਹਨੂੰ ਵਿੱਦਿਆ ਕਹਿੰਦੇ ਆ। ਅਤੇ ਵੇਦਾਂ ਦੇ ਵਿੱਚ ਵਿੱਦਿਆ ਲਈ ਆਉਂਦਾ ਹੈ ਕਿ ਸਾ ਵਿੱਦਿਆ ਜਾਂ ਵਿਮੁਕਤੀ, ਅਤੇ ਜਿਹਦੇ ਨਾਲ ਮੁਕਤੀ ਦੀ ਪ੍ਰਾਪਤੀ ਹੋ ਜਾਏ ਉਹ ਵਿੱਦਿਆ ਹੈ। ਮਹਾਤਮਾ ਬੁੱਧ ਕਹਿੰਦਾ ਕਿ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ, ਅਤੇ ਵਿੱਦਿਆ ਇਹੋ ਜਿਹੀ ਚੀਜ਼ ਹੈ ਜਿਹੜੀ ਦੁੱਖਾਂ ਤੋਂ ਛੁਟਕਾਰਾ ਦਿਵਾ ਦਿੰਦੀ ਹੈ। ਵਿੱਦਿਆ ਇਹੋ ਜਿਹੀ ਚੀਜ਼ ਹੈ। ਮੈਂ ਪਹਿਲਾਂ ਵਿੱਦਿਆ ਦਾ ਅਧਿਕਾਰੀ ਕੌਣ ਹੁੰਦਾ ਹੈ ਉਹਦੇ ਬਾਰੇ ਤੁਹਾਨੂੰ ਦੱਸਣਾ ਜ਼ਰੂਰੀ ਸਮਝਦਾ। ਇਸ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਵੀਆਂ ਦੇ ਵਿੱਚੋਂ ਇੱਕ ਕਵੀ ਹੈ ਪੰਡਿਤ ਹਰਦਿਆਲ। ਉਹਨਾਂ ਨੇ ਸੂਕਤਾਵਲੀ ਗ੍ਰੰਥ ਦਾ ਭਾਖਾ ਟੀਕਾ ਕੀਤਾ, ਜਿਹਦਾ ਨਾਂ ਰੱਖਿਆ ਗਿਆ ਸਾਰੁਕਤਾਵਲੀ, ਸ੍ਰੇਸ਼ਟ ਉਕਤੀਆਂ ਜੁਗਤੀਆਂ ਦੀ ਲੜੀ। ਉਹਦੇ ਵਿੱਚ ਉਹ ਵਿੱਦਿਆ ਦੀ ਮਹਿਮਾ ਕਰਦੇ ਆ, ਇੱਕ ਦੋਹਰਾ ਲਿਖਦੇ ਆ, ਸੁਖੀ ਵਿਆਧੀ ਆਲਸੀ ਕੁਮਤ ਰਸਕ ਬਹੁ ਸੋਏ, ਤੇ ਅਧਿਕਾਰ ਨਾ ਸ਼ਾਸਤਰ ਕੋ ਖਟ ਦੁਖੀ ਜਨ ਜੋਏ। ਕਹਿੰਦੇ ਜਿਹੜਾ ਬਹੁਤਾ ਸੁਖੀ ਹੋਵੇ, ਵਿਆਧੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਵੇ, ਕੁਮਤ ਫਿਰ ਭੈੜੀ ਮੱਤ ਵਾਲਾ ਹੋਵੇ, ਰਸਕ ਬਹੁਤੇ ਰੱਸਾ ਕਸਾਂ ਵਾਲਾ ਹੋਵੇ, ਅਤੇ ਫਿਰ ਬਹੁਤਾ ਸੌਣ ਵਾਲਾ ਹੋਵੇ, ਜਿਹਦੇ ਵਿੱਚ ਇਹ 6 ਦੋਸ਼ ਹੋਣ, ਉਹਨੂੰ ਵਿੱਦਿਆ ਪੜ੍ਹਨ ਦਾ ਕੋਈ ਵੀ ਅਧਿਕਾਰ ਨਹੀਂ। ਉਹ ਨਾ ਹੀ ਪੜ੍ਹੇ, ਕਿਉਂਕਿ ਉਹਦੀ ਵਿੱਦਿਆ ਵਧਣੀ ਨਹੀਂ। ਕਿਹੜਾ ਜਿਹੜਾ ਬਹੁਤਾ ਸੁਖੀ ਹੋਵੇ, ਮਾਨਸਿਕ ਤੌਰ 'ਤੇ ਪਰੇਸ਼ਾਨ ਹੋਵੇ, ਭੈੜੀ ਮੱਤ ਵਾਲਾ ਹੋਵੇ, ਬਹੁਤੇ ਚਟਪਟੇ ਪਦਾਰਥ ਖਾਣ ਦਾ ਸ਼ੌਕੀਨ ਹੋਵੇ, ਅਤੇ ਬਹੁਤਾ ਸੌਣ ਵਾਲਾ ਹੋਵੇ, ਜਿਹਦੇ 'ਚ ਇਹ ਦੋਖ ਹੋਣ, ਉਹਨੂੰ ਵਿੱਦਿਆ ਨਹੀਂ ਪੜ੍ਹਨੀ ਚਾਹੀਦੀ। ਵਿੱਦਿਆ ਇਹੋ ਜਿਹੀ ਚੀਜ਼ ਹੈ ਕਿ ਮੂਰਖ ਦੀ ਘਰ ਦੇ ਵਿੱਚ ਪੂਜਾ ਹੁੰਦੀ ਹੈ, ਰਾਜੇ ਦੀ ਦੇਸ਼ 'ਚ ਪੂਜਾ ਹੁੰਦੀ ਹੈ, ਪਰ ਵਿੱਦਿਅਕ ਮਨੁੱਖ ਦੀ ਸਮਾਜ ਦੇ ਹਰੇਕ ਖਿੱਤੇ ਦੇ ਵਿੱਚ, ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਵਿੱਦਿਅਕ ਮਨੁੱਖ ਦੀ ਪੂਜਾ ਹੁੰਦੀ ਹੈ। ਇਹੋ ਜਿਹਾ ਧਨ ਹੈ ਜਿਹੜਾ ਗੁਪਤ ਹੈ। ਵਿੱਦਿਆ ਇਹੋ ਜਿਹਾ ਧਨ ਹੈ ਜਿਹੜਾ ਗੁਪਤ ਹੈ, ਜਿਹਨੂੰ ਕੋਈ ਚੋਰ ਚੋਰੀ ਕਰਕੇ ਨਹੀਂ ਲੈ ਕੇ ਜਾ ਸਕਦਾ। ਇਹ ਨਾ ਬਾਰਿਸ਼ ਨਾਲ ਖਰਾਬ ਹੁੰਦਾ ਹੈ ਅਤੇ ਨਾ ਅੱਗ ਨਾਲ ਹੀ ਖਰਾਬ ਹੁੰਦਾ ਹੈ। ਅਤੇ ਵਿੱਦਿਆ ਇਹੋ ਜਿਹਾ ਧਨ ਆ ਜਿਹਦਾ ਕੋਈ ਵੀ ਭਾਰ ਨਹੀਂ, ਜਿੰਨੀ ਮਰਜ਼ੀ ਇਕੱਠੀ ਕਰੀ ਜਾਓ। ਤੁਸੀਂ ਧਨ ਸੰਪੱਤੀ ਇਕੱਠੀ ਕਰੋਗੇ, ਡਰ ਆ ਮਨ ਦੇ ਵਿੱਚ ਕਿਤੇ ਚੋਰੀ ਨਾ ਹੋ ਜਾਏ, ਪਰ ਵਿੱਦਿਆ ਇਕੱਠੀ ਕਰ ਲਈਏ, ਕੋਈ ਡਰ ਹੈ ਕਿ ਚੋਰੀ ਹੋ ਜਾਊਗੀ? ਪਰ ਵਿੱਦਿਆ ਲੈਣ ਵਾਸਤੇ ਲਾਅ ਕੰਮ ਕਰਦੇ ਆ, ਲਾਅ ਆਫ ਰੈਡੀਨੈਸ ਅਤੇ ਲਾਅ ਆਫ ਪ੍ਰੈਕਟਿਸ। ਤੁਸੀਂ ਰੈਡੀ ਹੋ ਵਿੱਦਿਆ ਲੈਣ ਵਾਸਤੇ,
ਤੇ ਫਿਰ ਉਹਦੀ ਪ੍ਰੈਕਟਿਸ ਅਭਿਆਸ ਕਰਦੇ ਹੋ ਕਿ ਨਹੀਂ ਕਰਦੇ, ਇਹ ਮਾਇਨੇ ਰੱਖਦਾ। ਵਿਦਵਾਨਾਂ ਨੇ ਵਿੱਦਿਆ ਨੂੰ 2 ਡਾਇਮੈਂਸ਼ਨਸ ਦੇ ਵਿੱਚ ਦੇਖਿਆ। ਵਿੱਦਿਆ ਨੂੰ ਸਮਝਣਾ ਹੋਵੇ ਤੇ ਇਹਦੀਆਂ 2 ਡਾਇਮੈਂਸ਼ਨਸ ਨੇ, ਇੱਕ ਹੈ ਪਰਾ, ਦੂਸਰੀ ਅਪਰਾ। ਪਰਾ ਤੇ ਅਪਰਾ ਵਿੱਦਿਆ। ਅਪਰਾ ਵਿੱਦਿਆ ਉਹ ਹੁੰਦੀ ਹੈ ਜਿਹਦੇ ਵਿੱਚ 2 ਚੀਜ਼ਾਂ ਆਉਂਦੀਆਂ ਨੇ। ਇੱਕ ਤੇ ਆਉਂਦਾ ਹੁਨਰ, ਆਰਟ, ਕਲਾ। 2 ਤਰ੍ਹਾਂ ਦੀ ਕਲਾ ਹੁੰਦੀ ਹੈ ਇਹਦੇ 'ਚ। ਪਹਿਲੀ ਦਸਤਕਾਰੀ, ਦੂਸਰੀ ਸੁਖਨਸਾਜੀ। ਦਸਤਕਾਰੀ ਲਿਖੀ ਜਾਓ। ਦਸਤਕਾਰੀ ਉਹ ਹੁੰਦੀ ਹੈ ਜਿਹਦੇ 'ਚ ਬੰਦੇ ਦੇ ਹੱਥ 'ਚ ਕਲਾ ਹੋਵੇ। ਉਹ ਕੋਈ ਮੂਰਤੀ ਤਰਾਸ਼ਦਾ ਹੈ, ਉਹ ਕੋਈ ਸਾਜ਼ ਬਣਾਉਂਦਾ ਹੈ, ਉਹ ਕੋਈ ਲੱਕੜ ਦੀ ਕਾਰਾਗਰੀ ਕਰਦਾ ਹੈ, ਉਹ ਕੋਈ ਸੋਨੇ ਦੀ ਕਾਰਾਗਰੀ ਕਰਦਾ ਹੈ, ਉਹ ਕੋਈ ਪੇਂਟਿੰਗ ਬਣਾਉਂਦਾ, ਜਿਹੜੀ ਉਹਦੇ ਹੱਥਾਂ ਦੀ ਕਲਾ ਹੈ। ਆਪਣੇ ਹੱਥਾਂ ਦੇ ਨਾਲ ਕੁਝ ਵੀ ਸਿਰਜ ਸਕਦਾ। ਦੂਸਰੀ ਹੈ ਸੁਖਨਸਾਜੀ। ਸੁਖਨਸਾਜੀ ਦੇ ਵਿੱਚ ਬਹੁਤਾ ਕੰਮ ਸਾਡੀ ਬੁੱਧੀ ਦੇ ਦੁਆਲੇ ਘੁੰਮਦਾ। ਅਸੀਂ ਅੱਖਰਾਂ ਦੀ ਜਾਦੂਈ ਦੁਨੀਆ ਦੇ ਨਾਲ ਕੀ ਸਿਰਜ ਰਹੇ ਹਾਂ, ਉਹ ਫਿਕਸ਼ਨ ਦੇ ਵਿੱਚ ਹੈ ਚਾਹੇ ਨੌਨ ਫਿਕਸ਼ਨ ਦੇ ਵਿੱਚ ਹੈ। ਅਸੀਂ ਆਪਣੀ ਕਲਪਨਾ ਦੇ ਆਧਾਰ ਦੇ ਉੱਤੇ ਇੱਕ ਨਾਵਲ ਲਿਖ ਦਿੰਦੇ ਹਾਂ, ਇਹ ਸੁਖਨਸਾਜੀ 'ਚ ਆਉਂਦਾ। ਆਪਣੀ ਕਲਪਨਾ ਦੇ ਆਧਾਰ 'ਤੇ ਇੱਕ ਕਵਿਤਾ ਲਿਖ ਦਿੰਦੇ ਹਾਂ, ਇਹ ਸੁਖਨਸਾਜੀ 'ਚ ਆਉਂਦਾ। ਅਸੀਂ ਆਪਣੀ ਕਲਪਨਾ ਦੇ ਆਧਾਰ ਦੇ ਉੱਤੇ ਕੋਈ ਨਵੀਂ ਖੋਜ ਕਰ ਦਿੰਦੇ ਹਾਂ, ਇਹ ਸੁਖਨਸਾਜੀ 'ਚ ਆਉਂਦਾ। ਇਹਦੇ 'ਚ ਅੱਖਰਾਂ ਦੀ ਜਾਦੂਈ ਦੁਨੀਆ ਹੁੰਦੀ ਹੈ। ਇਹਦੇ 'ਚ ਕੈਮਿਸਟਰੀ ਆਉਂਦੀ ਹੈ, ਇਹਦੇ 'ਚ ਫਿਜ਼ਿਕਸ ਆਉਂਦੀ ਹੈ, ਇਹਦੇ 'ਚ ਨੌਨ ਫਿਕਸ਼ਨ ਆਉਂਦੀ ਹੈ। ਕੋਈ ਬੰਦਾ ਨਾਵਲ ਲਿਖ ਰਿਹਾ, ਕੋਈ ਪੁਸਤਕ ਲਿਖ ਰਿਹਾ, ਕੋਈ ਨਵਾਂ ਗਿਆਨ ਲਿਖ ਰਿਹਾ, ਜ਼ਰੂਰਤ ਕਾਹਦੀ ਪੈਂਦੀ ਹੈ? ਬੁੱਧੀ ਦੀ। ਦੂਸਰੀ ਵਿੱਦਿਆ ਹੈ ਪਰਾ। ਇਹ ਰੂਹਾਨੀ ਇਲਮ ਹੈ। ਰੂਹਾਨੀ ਇਲਮ ਕਿਸੇ ਤੋਂ ਸਿੱਖਿਆ ਜਾ ਸਕਦਾ? ਨਹੀਂ ਸਿੱਖਿਆ ਜਾ ਸਕਦਾ। ਰੂਹਾਨੀ ਇਲਮ ਗੁਰੂ ਬਖਸ਼ਿਸ਼ ਕਰ ਦੇਵੇ ਤੇ ਉਹਦੇ ਨਾਲ ਪ੍ਰਾਪਤੀ ਹੋ ਜਾਂਦੀ ਹੈ, ਜਿਹਦੇ ਵਿੱਚ ਅਨੁਭਵੀ ਗਿਆਨ ਹੁੰਦਾ ਹੈ। ਪਰਾ ਵਿੱਦਿਆ ਉਹ ਹੁੰਦੀ ਹੈ ਜਿਹੜੀ ਮਨੁੱਖ ਦੇ ਤਲ ਤੋਂ ਕੋਈ ਕਿਸੇ ਕੇਂਦਰੀ ਸੱਤਾ ਨੂੰ ਮੰਨ ਕੇ ਉਹਦੇ ਅਨੁਭਵ ਨੂੰ ਜਾਣਨਾ, ਤੇ ਫਿਰ ਸਾਰੀ ਵਿੱਦਿਆ ਆਪਣੇ ਆਪ ਆ ਜਾਂਦੀ ਹੈ। ਇਹ ਸ਼ੁਰੂ ਹੁੰਦੀ ਹੈ ਜਦੋਂ ਬੰਦਾ ਆਪਣਾ ਅਧਿਆਤਮਿਕ ਸਫ਼ਰ ਸ਼ੁਰੂ ਕਰ ਦਿੰਦਾ ਹੈ। ਪਰਾ ਤੇ ਅਪਰਾ ਹੈ ਦੋਵੇਂ ਵਿੱਦਿਆ। ਸੁਖਨਸਾਜੀ ਵੀ ਵਿੱਦਿਆ, ਦਸਤਕਾਰੀ ਵੀ ਵਿੱਦਿਆ, ਤੇ ਪਰਾ ਵਿੱਦਿਆ ਵੀ ਵਿੱਦਿਆ ਹੈ। ਅਸੀਂ ਦੁਨੀਆ 'ਚ ਕੁਝ ਵੀ ਸਿੱਖ ਸਕਦੇ ਹਾਂ, ਪਰ ਵਿੱਦਿਆ ਸਿੱਖੀ ਨਹੀਂ ਜਾ ਸਕਦੀ। ਵਿੱਦਿਆ ਬਖਸ਼ਿਸ਼ ਦੇ ਵਿੱਚ ਮਿਲਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਜਦੋਂ ਵਿੱਦਿਆ ਨੂੰ ਵਿਚਾਰਨ ਲੱਗ ਜਾਓਗੇ ਤੇ ਪਰਉਪਕਾਰੀ ਬਣ ਜਾਓਗੇ। ਤੇ ਵਿੱਦਿਆ ਇਹੋ ਜਿਹੀ ਚੀਜ਼ ਹੈ ਜਿਹੜੀ ਬਣੀ ਪਰਉਪਕਾਰ ਲਈ ਹੈ। ਅਸੀਂ ਦੁਨੀਆ ਦੇ ਉੱਤੇ ਜਿੰਨੀਆਂ ਵੀ ਪੜ੍ਹਾਈਆਂ ਕਰਦੇ ਹਾਂ, ਸਾਰੀਆਂ ਕਿਤੇ ਨਾ ਕਿਤੇ ਸਾਨੂੰ ਪਦਾਰਥ ਦੇ ਪਾਸੇ ਜੋੜਦੀਆਂ। ਮਟੀਰੀਅਲਿਸਟਿਕ ਅਪਰੋਚ ਹੋ ਜਾਂਦੀ ਹੈ ਸਾਡੀ, ਕਿ ਮੈਂ ਇਹ ਵਿਸ਼ੇ ਤੋਂ ਬਾਅਦ ਆਹ ਨੌਕਰੀ ਪ੍ਰਾਪਤ ਕਰਾਂਗਾ, ਉਹਦੇ ਤੋਂ ਬਾਅਦ ਕੀ ਹੋਊਗਾ। ਅਕਬਰ ਇਲਾਹਾਬਾਦੀ ਇੱਕ ਸ਼ੇਰ ਕਹਿੰਦਾ ਕਿਆ ਕਰੇ ਅਹਿਬਾਬ ਕਿਆ ਕਾਰੇ ਨੁਮਾਇਆ ਕਰ ਗਏ, BA ਕੀਆ ਨੌਕਰ ਹੋਏ ਸ਼ਾਦੀ ਕੀ ਔਰ ਮਰ ਗਏ। ਇਹ ਤੁਹਾਡੀ ਪੜ੍ਹਾਈ ਦੀ ਜਰਨੀ ਨਹੀਂ ਕਿ BA ਕਰ ਲਈ ਹੈ, ਨੌਕਰੀ ਲੈ ਲਈ ਹੈ, ਵਿਆਹ ਕੀਤਾ ਤੇ ਉਹਦੇ ਤੋਂ ਬਾਅਦ ਮਰ ਗਏ। ਪਰ ਦੁਨਿਆਵੀ ਪੜ੍ਹਾਈ ਇਹ ਸਿਖਾਉਂਦੀ ਹੈ ਜਿਹੜੀ ਅਸੀਂ ਆਪਣੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹਾਂ, ਕਨਵੈਨਸ਼ਨਲ ਸਟੱਡੀ, ਜਿਹਦੇ 'ਚ ਸਾਨੂੰ ਇੱਕ ਸਰਟੀਫਿਕੇਟ ਮਿਲਦਾ। ਵਿੱਦਿਅਕ ਮਨੁੱਖ ਬਿਨਾਂ ਡਿਗਰੀ ਤੋਂ ਵੀ ਵਿੱਦਿਅਕ ਹੋ ਸਕਦਾ। ਵਿੱਦਿਅਕ ਮਨੁੱਖ, ਉਹਨੂੰ ਡਿਗਰੀ ਦੀ ਜ਼ਰੂਰਤ ਨਹੀਂ ਪੈਂਦੀ। ਕਦੀ ਕਿਸੇ ਡਿਗਰੀ ਵਾਲੇ ਬੰਦੇ ਦੇ ਕੋਲ ਤੁਸੀਂ ਫਾਈਨ ਆਰਟਸ ਦੇਖੇ? ਜਿਹੜਾ ਬੰਦਾ ਤਸਵੀਰ ਬਣਾ ਲੈਂਦਾ ਹੱਥਾਂ ਦੇ ਨਾਲ, ਬੁੱਤ ਘੜ ਲੈਂਦਾ, ਬੁੱਤ ਦੇ ਵਿੱਚ ਜਾਨ ਪਾ ਦਿੰਦਾ, ਉਹਨੇ ਕਿਸੇ ਡਿਗਰੀ ਦੇ ਨਾਲ ਹੀ ਸਿੱਖਿਆ। ਸਾਡੀ ਕਨਵੈਨਸ਼ਨਲ ਸਟੱਡੀ ਜਿਹੜੀ ਆ, ਉਹ ਸਾਨੂੰ ਵਿੱਦਿਆ ਤੋਂ ਦੂਰ ਲਿਜਾ ਕੇ ਵਿੱਦਿਆ ਵਾਲੇ ਪਾਸੇ ਤੋਰ ਰਹੀ ਹੈ। ਅਜੋਕਾ ਐਜੂਕੇਸ਼ਨ ਮਾਡਲ, ਐਜੂਕੇਸ਼ਨ ਲੋਕਾਂ ਨੂੰ, ਯੂਨੀਵਰਸਿਟੀਆਂ ਕਾਲਜ ਲੋਕਾਂ ਨੂੰ ਵਿੱਦਿਅਕ ਬਣਾਉਣ ਵਾਸਤੇ ਨਹੀਂ ਬਣੇ। ਇਹ ਬਣਿਆ ਕਿ ਮੈਜੋਰਟੀ ਨੂੰ ਕਿਵੇਂ ਕੰਟਰੋਲ ਦੇ ਵਿੱਚ ਰੱਖਣਾ, ਕਿਵੇਂ ਕੰਟਰੋਲ ਦੇ ਵਿੱਚ ਰੱਖਣਾ। ਪਾਰਸਨ ਥਿਊਰੀ ਦਿੰਦਾ,
ਉਹ ਕਹਿੰਦਾ ਮੈਜੋਰਟੀ ਨੂੰ ਕੰਟਰੋਲ ਦੇ ਵਿੱਚ ਰੱਖਣਾ ਹੋਵੇ ਤੇ ਐਜੂਕੇਸ਼ਨ ਇਜ਼ ਆ ਬੈਸਟ ਟੂਲ। ਐਜੂਕੇਸ਼ਨ ਬੈਸਟ ਆ। ਦੁਨੀਆ ਦੇ ਲੋਕਾਂ ਨੇ ਐਜੂਕੇਸ਼ਨ ਨੂੰ ਐਜ਼ ਏ ਮੀਡੀਆ ਵਰਤ ਕੇ ਲੋਕਾਂ ਦੇ ਬਿਹੇਵੀਅਰ ਦੇ ਵਿੱਚ ਚੇਂਜ ਲਿਆਂਦੇ। ਬਿਹੇਵੀਅਰਲ ਜਿਹੜਾ ਚੇਂਜ ਹੁੰਦਾ ਉਹ ਤੁਹਾਡੀ ਬੋਲੀ ਦੇ ਵਿੱਚ ਚੇਂਜ ਲਿਆ ਦਿੰਦਾ, ਤੁਹਾਡੇ ਸੱਭਿਆਚਾਰ ਦੇ ਵਿੱਚ ਚੇਂਜ ਲਿਆ ਦਿੰਦਾ। ਜਦੋਂ ਤੁਹਾਡੀ ਬੋਲੀ ਖਤਮ ਹੋ ਗਈ, ਸੱਭਿਆਚਾਰ ਬਦਲ ਗਿਆ ਤੇ ਤੁਹਾਡੀ ਹੋਂਦ ਹਸਤੀ ਆਪਣੇ ਆਪ ਖਤਮ ਹੋ ਗਈ। ਅਸੀਂ ਕਦੀ ਯੂਨੀਵਰਸਿਟੀ ਕਾਲਜ ਦੇ ਵਿੱਚ ਪੜ੍ਹਦੇ ਹਾਂ ਤੇ ਸਾਡੇ ਅਧਿਆਪਕ ਸਾਡੇ ਨਾਲ ਹਿੰਦੀ 'ਚ ਗੱਲ ਕਰਦੇ। ਜਦੋਂ ਕੋਈ ਬੱਚਾ ਪੰਜਾਬੀ 'ਚ ਗੱਲ ਕਰਦਾ ਤੇ ਉਹ ਬੜਾ ਬੁਰਾ ਜਿਹਾ ਮਹਿਸੂਸ ਕਰਦੇ ਆ। ਉਹ ਕਹਿਣਗੇ ਇਹ ਕਿੱਦਾਂ ਦੀ ਸ਼ਬਦ ਬੋਲ ਰਹੇ ਹੋ, ਤੂੰ ਕਿਵੇਂ ਕਹਿ ਸਕਦੇ ਹੋ, ਤੁਸੀਂ ਕਿਵੇਂ ਕਹਿ ਸਕਦੇ ਹੋ, ਆਪ ਕਹਿ ਕੇ ਬੋਲੋ। ਹਿੰਦੀ ਰਿਸਪੈਕਟਫੁਲ ਲੈਂਗੁਏਜ ਹੈ। ਇਹੀ ਸ਼ਬਦ ਵਰਤਦੇ ਆ। ਮੇਰਾ ਆਪਣਾ ਐਕਸਪੀਰੀਅੰਸ ਆ ਜ਼ਿੰਦਗੀ ਦਾ। ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਬੋਲੀ ਦੇ ਵਿੱਚ ਆਪਣਾ ਪੇਪਰ ਲਿਖਣ ਲਈ ਸੰਘਰਸ਼ ਕਰਨਾ ਪਿਆ ਤੇ ਮੈਂ ਸੰਘਰਸ਼ ਕਰਕੇ ਉਹ ਸੰਘਰਸ਼ ਜਿੱਤਿਆ। ਅੱਜ ਮੈਂ ਆਪਣੇ ਪੇਪਰ ਪੰਜਾਬੀ 'ਚ ਲਿਖਦਾ। ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਮੈਂ ਪੜ੍ਹਦਾ ਇੰਗਲਿਸ਼ ਦੀਆਂ ਕਿਤਾਬਾਂ 'ਚੋਂ ਆ, ਪਰ ਮੈਂ ਲਿਖਦਾ ਆਪਣੀ ਬੋਲੀ 'ਚ, ਕਿਉਂਕਿ UGC ਦੀਆਂ ਗਾਈਡਲਾਈਨਸ ਨੇ, ਤੁਸੀਂ ਲਿਖ ਸਕਦੇ ਹੋ ਆਪਣੀ ਭਾਸ਼ਾ 'ਚ। ਤੇ ਮੇਰੇ ਅਧਿਆਪਕ ਇਹ ਕਹਿੰਦੇ ਸਾਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਤੇ ਮੈਂ ਫਿਰ ਸਲਾਹ ਦਿੰਦਾ ਹੁੰਦਾ ਕਿ ਪੰਜਾਬੀ ਵਿਭਾਗ ਤੋਂ ਇੱਕ ਸਪੈਸ਼ਲ ਅਧਿਆਪਕ ਸੱਦਿਆ ਜਾਵੇ ਜਿਹੜਾ ਮੇਰਾ ਪੇਪਰ ਟਰਾਂਸਲੇਟ ਕਰੇ ਤੇ ਤੁਸੀਂ ਫਿਰ ਨੰਬਰ ਲਾ ਦਿਓ। ਸਾਡੀ ਬੋਲੀ ਦੇ ਵਿੱਚ ਕੀ ਵਿਗਿਆਨਿਕ ਪੱਧਤੀਆਂ ਨਹੀਂ ਹੈਗੀਆਂ? ਅਸੀਂ ਵਰਤ ਸਕਦੇ ਹਾਂ, ਨਹੀਂ ਹੋਣਗੀਆਂ ਨਵੀਆਂ ਤਿਆਰ ਕਰ ਦਿਆਂਗੇ, ਕਿੱਡੀ ਕੁ ਗੱਲ ਹੈ। ਆਪਣੀ ਬੋਲੀ ਦਾ ਵਿਕਾਸ ਇਸੇ ਦੇ ਵਿੱਚ ਹੈ ਨਾ। ਜੇ ਤੁਹਾਨੂੰ ਲੱਗਦਾ ਕਿ ਕੁਝ ਸ਼ਬਦ ਦੂਜੀ ਭਾਸ਼ਾ 'ਚ ਹੈ, ਸਾਡੀ ਬੋਲੀ 'ਚ ਉਹਦਾ ਢੁਕਵਾਂ ਅਰਥ ਨਹੀਂ ਹੈ, ਤੇ ਅਸੀਂ ਨਵੇਂ ਸ਼ਬਦ ਤਿਆਰ ਕਰ ਸਕਦੇ ਹਾਂ। ਬੋਲੀ ਦਾ ਵਾਧਾ ਵਿਕਾਸ ਭਾਸ਼ਾ ਦਾ ਇਸੇ ਤਰੀਕੇ ਨਾਲ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਰਾ ਤੇ ਅਪਰਾ ਵਿੱਦਿਆ ਦੀਆਂ ਦੋ ਡਾਇਮੈਂਸ਼ਨਸ ਨੇ। ਇੱਕ ਤਾਂ ਸੰਸਾਰੀ ਹੈ ਵਿੱਦਿਆ, ਜਿਹਦੇ 'ਚ ਸੁਖਨ ਸਾਜੀ ਤੇ ਦਸਤਕਾਰੀ ਆਉਂਦੀ ਹੈ। ਦੂਸਰੀ ਵਿੱਦਿਆ ਅਧਿਆਤਮਕ ਪਰਾ ਵਿੱਦਿਆ, ਜਿਹੜੀ ਪਰਾਵਾਰ ਤੋਂ ਪਰੇ ਦੀ ਗੱਲ ਹੈ, ਜਿਹੜੀ ਇਹਨਾਂ ਸਰੀਰਾਂ ਤੋਂ ਪਰੇ ਦੀ ਗੱਲ ਹੈ, ਜਿਹੜੀ ਸੰਸਾਰ ਤੋਂ ਬੰਦੇ ਦੇ ਜੰਮਣ ਤੋਂ ਪਹਿਲਾਂ ਦੀ ਗੱਲ ਤੇ ਜੰਮਣ ਤੋਂ ਬਾਅਦ ਦੀ ਗੱਲ, ਕਿੱਥੋਂ ਆਇਆ ਕਿੱਥੇ ਗਿਆ, ਸਾਰੇ ਸਵਾਲ ਸਾਡੇ ਸਾਰਿਆਂ ਦੇ ਮਨ 'ਚ ਆਉਂਦੇ ਹੋਣਗੇ ਵੀ ਅਸੀਂ ਕਿਉਂ ਜਨਮ ਲਿਆ, ਵੀ ਜਨਮ ਤੋਂ ਬਾਅਦ ਬੰਦਾ ਜਾਂਦਾ ਕਿੱਥੇ ਹੈ। ਇਹ ਸਵਾਲ ਆਉਂਦੇ ਆ ਨਾ। ਇਹਨਾਂ ਸਵਾਲਾਂ ਦੇ ਜਵਾਬ ਜਿਹੜੀ ਵਿੱਦਿਆ ਦੇ ਵਿੱਚੋਂ ਮਿਲਦੇ ਆ ਉਹ ਪਰਾ ਵਿੱਦਿਆ ਹੈ। ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿੱਦਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋਵਾਂ ਵਿੱਦਿਆ ਦਾ ਮੇਲ ਕਰਨ ਵਾਸਤੇ ਸਾਨੂੰ ਇੱਕ ਸ਼ਬਦ ਦਿੱਤਾ ਜਿਹਦਾ ਨਾਂ ਹੈ ਵਿਵੇਕ। ਬਿਬ ਦਾ ਅਰਥ ਹੁੰਦਾ ਦੋ, ਤੇ ਦੋ ਤੋਂ ਇੱਕ ਕਰਕੇ ਸਤਿਗੁਰੂ ਸਾਹਿਬ ਜੀ ਨੇ ਇਹ ਦੋਵੇਂ ਵਿੱਦਿਆ ਸਾਨੂੰ ਦੇ ਦਿੱਤੀਆਂ ਕਿ ਸਿੱਖ ਨੇ ਜਿੱਥੇ ਸੰਸਾਰੀ ਪੜ੍ਹਾਈ ਦੇ ਵਿੱਚ ਤਰੱਕੀ ਕਰਨੀ ਹੈ, ਉਹ ਸੁਖਨ ਸਾਜੀ ਦੇ ਵਿੱਚ ਮਾਹਰ ਹੋਵੇ, ਉਹ ਦਸਤਕਾਰੀ ਦੇ ਵਿੱਚ ਮਾਹਰ ਹੋਵੇ, ਉੱਥੇ ਅਧਿਆਤਮਿਕ ਸਫ਼ਰ ਦੇ ਵਿੱਚ ਵੀ ਸਿੱਖ ਚੜ੍ਹਦੀ ਕਲਾ ਦੇ ਵਿੱਚ ਹੋਵੇ। ਉਹਦੀ ਲਿਵ ਹਮੇਸ਼ਾ ਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੁੜੀ ਰਹੇ। ਇਹ ਬਖਸ਼ਿਸ਼ ਧੰਨ ਗੁਰੂ ਗੋਬਿੰਦ ਸਿੰਘ ਨੇ ਸਾਡੇ ਤੇ ਕੀਤੀ। ਕੱਲੀ ਦੁਨਿਆਵੀ ਵਿੱਦਿਆ ਪੜ੍ਹਨ ਵਾਲੇ ਲੋਕ, ਜਿਹੜੀ ਕੱਲੀ ਅੱਖਰੀ ਪੜ੍ਹਾਈ ਹੁੰਦੀ ਹੈ, ਉਹ ਬੰਦੇ ਨੂੰ ਪਰੇਸ਼ਾਨ ਤੇ ਪਾਗਲ ਕਰ ਦਿੰਦੀ ਹੈ। ਜਦੋਂ ਤੁਹਾਡੇ ਪੇਪਰਾਂ ਦੇ ਦਿਨ ਹੁੰਦੇ ਤੇ ਮੈਂ ਅਕਸਰ ਬੱਚਿਆਂ ਦੇ ਮੂੰਹ ਮਾਂਦਰੀ ਦੇਖਦਾ ਕਿ ਸਾਰੇ ਸਟ੍ਰੈਸ 'ਚ ਲੱਗਦੇ ਆ। ਜਾਂ ਮੈਂ ਸਾਈਕੋਲੋਜੀ ਪੜ੍ਹ ਲਈ ਹੈ ਤਾਂ ਕਰਕੇ ਕਿ ਇਹਨਾਂ ਦੇ ਲੱਛਣ ਜਿਹੜੇ ਆ ਉਹ ਮਾਨਸਿਕ ਪਰੇਸ਼ਾਨੀ ਵਾਲੇ ਹੁੰਦੇ ਆ। ਸੁਭਾਅ ਚਿੜਚਿੜਾ ਹੋ ਜਾਂਦਾ, ਕਿਸੇ ਨਾਲ ਬੋਲਣ ਨੂੰ ਜੀ ਨਹੀਂ ਕਰਦਾ, ਬੰਦਾ ਜਿਹਨੀ ਤੌਰ ਦੇ ਉੱਤੇ ਥੱਕਿਆ ਮਹਿਸੂਸ ਕਰਦਾ। ਅਰਸਤੂ ਦਾ ਨਾਂ ਸੁਣਿਆ ਕਿਸੇ ਨੇ? ਅਰਸਤੂ ਜਦੋਂ ਥੱਕ ਜਾਂਦਾ ਸੀ ਨਾ, ਉਹ ਪੜ੍ਹਦਿਆਂ ਪੜ੍ਹਦਿਆਂ ਫਿਰ ਉਹ ਘੰਟਿਆਂ ਬੱਧੀ ਬੁੱਤ ਘੜਦਾ ਸੀ। ਇੱਕ ਵਿਗਿਆਨੀ ਆ ਆਇਨਸਟਾਈਨ, ਜਦੋਂ ਉਹ ਥੱਕ ਜਾਂਦਾ ਸੀ ਤੇ ਉਹ ਵਾਇਲਨ ਵਜਾਉਂਦਾ ਸੀ, ਵਾਇਲਨ। ਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕੀ ਕਿਰਪਾ ਕੀਤੀ, ਸਾਨੂੰ ਹਰੇਕ ਤਰ੍ਹਾਂ ਦੀ ਵਿੱਦਿਆ ਦਿੱਤੀ। ਗੁਰੂ ਘਰ ਦੇ ਵਿੱਚ ਵਿੱਦਿਆ ਦੀ ਪਰੰਪਰਾ ਸ਼ੁਰੂ ਹੁੰਦੀ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ, ਜਦੋਂ ਉਹ ਧਰਮਸ਼ਾਲ ਖੋਲ੍ਹਦੇ ਆ ਤੇ ਉੱਥੇ ਅੱਖਰਾਂ ਦਾ ਬੋਧ ਕਰਾਉਂਦੇ ਆ। ਜਦੋਂ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਦੀ ਧਰਤੀ ਤੇ ਹੁੰਦੇ ਆ, ਉੱਥੇ ਇੱਕ ਲਿਖਾਰੀ ਨੂੰ ਵਿੱਦਿਆ ਪੜ੍ਹਾਉਂਦੇ ਆ ਜਿਹਦਾ ਨਾਂ ਹੈ ਪੈੜਾ ਮੋਖਾ, ਜਿਹਦੇ ਤੋਂ ਬਾਅਦ
ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਬੁਲਾ ਕਰਕੇ ਭਾਈ ਪੈੜੇ ਮੋਖੇ ਤੋਂ ਗੁਰੂ ਨਾਨਕ ਸਾਹਿਬ ਜੀ ਵਾਲੀ, ਭਾਈ ਬਾਲੇ ਵਾਲੀ ਜਨਮ ਸਾਖੀ ਲਿਖਵਾਈ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਪੜ੍ਹਾਇਆ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਇਹੋ ਜਿਹੀ ਕਿਰਪਾ ਕੀਤੀ, ਸਾਨੂੰ ਅੱਖਰ ਪੜ੍ਹਾਉਣ ਵਾਸਤੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਵਿਦਿਆਲਾ ਖੋਲ੍ਹਿਆ। ਉੱਥੇ ਗੁਰਮੁਖੀ ਦੇ ਕਾਇਦੇ ਤਿਆਰ ਕੀਤੇ, 35 ਅੱਖਰ ਪੜ੍ਹਾਏ। ਅੱਜ ਅਸੀਂ ਇਸ ਥਾਂ 'ਤੇ ਹਾਂ, ਅਸੀਂ ਗ੍ਰੈਜੂਏਸ਼ਨ ਕਰ ਲਈ ਹੈ, ਪੋਸਟ ਗ੍ਰੈਜੂਏਸ਼ਨ ਕਰ ਲਈ ਹੈ, PhD ਕਰ ਲਈ ਹੈ, ਪਰ ਸਾਨੂੰ 35 ਅੱਖਰ ਸਬੂਤੇ ਬੋਲਣੇ ਨਹੀਂ ਆਉਂਦੇ। ਸਾਨੂੰ ngੰਘੇ ਤੇ ञੰञੇ ਦਾ ਉਚਾਰਨ ਨਹੀਂ ਆਉਂਦਾ। ਅਸੀਂ ਜਿੰਨਾ ਸਕੂਲਾਂ ਦੇ ਵਿੱਚ ਪੜ੍ਹੇ ਉਹਨਾਂ ਕਿਹਾ ngੰਘਾਂ ਵੀ ਖਾਲੀ ਤੇ ञੰञਾਂ ਵੀ ਖਾਲੀ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਆ ngੰਘਾਂ ਗਿਆਨ ਨਹੀਂ ਮੁੱਖ ਬਾਤੋਂ। ਵੀ ਮੂੰਹ ਦੀਆਂ ਗੱਲਾਂ ਦੇ ਨਾਲ ਸੱਜਣਾ ਗੱਲ ਨਹੀਂ ਬਣੇਗੀ ਜਿੰਨਾ ਚਿਰ ਤੂੰ ਪ੍ਰੈਕਟਿਸ ਦੇ ਵਿੱਚ ਨਹੀਂ ਆਉਂਦਾ। ਅਸੀਂ ngੰਘਾਂ ਵੀ ਖਾਲੀ ਛੱਡਤਾ, ञੰञਾਂ ਵੀ ਖਾਲੀ ਛੱਡਤਾ, ਤੇ ਗੁਰੂ ਨੇ ਸਾਡੇ ਤੇ ਕੀ ਕਿਰਪਾ ਕਰਨੀ ਹੈ। ਇਹ 35 ਅੱਖਰ ਐਸੀ ਮਹਾਨ ਵਿਦਿਆ ਹੈ, ਗੁਰਮੁਖ ਪਿਆਰੇ ਮਹਾਂਪੁਰਖ ਇਹਦਾ ਰੋਜ਼ ਜਾਪ ਕਰਦੇ ਸਨ, ਰੋਜ਼ਾਨਾ ਜਾਪ ਕਰਦੇ ਸਨ, ਊੜੇ ਤੋਂ ਲੈ ਕੇ ਐੜੇ ਤੱਕ। ਇਹ ਨਹੀਂ ਕਿ ਉਹਨਾਂ ਨੂੰ ਊੜਾ ਐੜਾ ਨਹੀਂ ਆਉਂਦਾ, ਉਹ ਇਹ ਸਮਝਦੇ ਕਿ ਊੜੇ ਤੋਂ ਲੈ ਕੇ ਐੜੇ ਤੱਕ ਇੱਕ ਵਾਰੀ ਪੜ੍ਹਨ ਦੇ ਨਾਲ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਜਾਂਦੇ, ਕਿਉਂਕਿ ਸਮੁੱਚੀ ਗੁਰਬਾਣੀ ਇਹਨਾਂ ਅੱਖਰਾਂ ਦੇ ਨਾਲ ਲਿਖੀ ਗਈ। ਹੁਣ ਸਾਡੇ ਲਈ ਊੜਾ ਬੜੀ ਕਾਮਨ ਜੀ ਚੀਜ਼ ਹੋਊਗੀ, ਪਰ ਊੜੇ ਦੀ ਵਿਆਖਿਆ ਐਡੀ ਕਮਾਲ ਦੀ ਹੈ। ਪੰਥ ਦੇ ਵਿਦਵਾਨ ਹੋਏ ਭਾਈ ਸ਼ੇਰ ਸਿੰਘ ਜੀ ਕਸ਼ਮੀਰ ਵਾਲੇ MA, ਉਹਨਾਂ ਨੇ ਬੜੀਆਂ ਪੁਸਤਕਾਂ ਲਿਖੀਆਂ ਊੜੇ ਦੀ ਵਿਆਖਿਆ ਕਰਦੇ। ਕਹਿੰਦੇ ਜਿਸ ਦਿਨ ਫੱਟੀ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਨੇ ਊੜਾ ਲਿਖ ਦਿੱਤਾ ਸੀ, ਉਸ ਦਿਨ ਮੀਰੀ ਤੇ ਪੀਰੀ ਦੀ ਨੀਂਹ ਰੱਖੀ ਗਈ। ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਫੱਟੀ ਤੇ ਊੜਾ ਲਿਖ ਦਿੱਤਾ ਸੀ, ਉਸ ਦਿਨ ਸੰਤ ਤੇ ਸਿਪਾਹੀ ਲਿਖਿਆ ਗਿਆ। ਇਹਦੀ ਵਿਆਖਿਆ ਕੀ ਹੈ? ਕਦੀ ਕਾਪੀ ਦੇ ਉੱਤੇ ਊੜੇ ਦੇ ਸਪੈਲਿੰਗ ਲਿਖੋ, ਊੜੇ ਦਲੈਂਕੜ ੜਾੜੇ ਨੂੰ ਕੰਨਾ ਲਿਖੋ। ਇਹਦੇ 'ਚ ਕਾਵ ਦੀ ਵੀ ਸਿਖਰ ਸੀ, ਵਿਆਕਰਨ ਦੀ ਵੀ ਸਿਖਰ ਸੀ, ਅਰਥਾਂ ਦੀ ਸਿਖਰ ਤੇ ਹੈ, ਵਿਆਕਰਨ ਦੀ ਵੀ ਸਿਖਰ। ਕਿਸੇ ਬੋਲੀ ਦਾ ਪਹਿਲਾ ਅੱਖਰ ਇਹੋ ਜਿਹਾ ਨਹੀਂ ਕਿ ਜਿਹੜੀ ਧੁਨ ਪਹਿਲੇ ਤੇ ਅਖੀਰਲੇ ਅੱਖਰ 'ਚ ਵਰਤੀ ਹੋਵੇ ਉਹ ਦੋਵੇਂ ਧੁਨਾਂ ਇੱਕ ਅੱਖਰ ਦੇ ਵਿੱਚ ਹੋਣ। ਊੜੇ ਦੇ ਵਿੱਚ ਸਭ ਤੋਂ ਸੌਖੀ ਧੁਨੀ ਊ ਹੈ, ਪੰਜਾਬੀ ਬੋਲੀ ਦੀ ਸਭ ਤੋਂ ਸੌਖੀ ਧੁਨੀ ਊ ਹੈ, ਸਭ ਤੋਂ ਔਖੀ ਧੁਨੀ ੜਾੜਾ ਅੱਖਰ ਹੈ। ੜਾੜਾ ਬੋਲਦਿਆਂ ਜ਼ਬਾਨ ਘੁੰਮ ਜਾਂਦੀ, ਤੇ ਗੁਰੂ ਪਾਤਸ਼ਾਹ ਨੇ ਇੱਕ ਅੱਖਰ ਦੇ ਵਿੱਚ ਲਿਖ ਦਿੱਤਾ, ਇੱਕ ਊੜੇ ਦੇ ਵਿੱਚ ਇੱਕ ਔਖੀ ਧੁਨੀ ਰੱਖ ਦਿੱਤੀ, ਇੱਕ ਸੌਖੀ ਰੱਖ ਦਿੱਤੀ, ਇੱਕ ਸੰਤ ਰੱਖ ਦਿੱਤਾ ਤੇ ਇੱਕ ਸਿਪਾਹੀ ਰੱਖ ਦਿੱਤਾ ਇੱਕ ਅੱਖਰ ਦੇ ਵਿੱਚ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਿਦਿਆ ਜਿਹੜੀ ਸਾਨੂੰ ਬਖਸ਼ਿਸ਼ ਕੀਤੀ। ਉਹਦੇ ਅੱਗੇ ਇੱਕ ਲਗਾਇਆ, ਇਹ ਬੀਜ ਮੰਤਰ ਇੱਕ ਓੰਕਾਰ ਬਣਿਆ, ਜਿਹਦਾ ਪਸਾਰਾ ਸਾਰੀ ਦੁਨੀਆ ਹੈ। ਇੱਕ ਅੱਖਰ ਦੇ ਵਿੱਚ ਇੰਨਾ ਗਿਆਨ ਸਮੋਇਆ ਹੋਇਆ, ਤੇ ਇੱਕ ਇੱਕ ਅੱਖਰ ਦੇ ਅੰਦਰ ਇੰਨਾ ਵੱਡਾ ਗਿਆਨ ਹੈ। ਪੜ੍ਹਨਾ ਹੋਵੇ ਦੱਖਣੀ ਓਂਕਾਰ ਦੀ ਬਾਣੀ ਪੜ੍ਹੋ, 52 ਅੱਖਰੀ ਪੜ੍ਹੋ, ਤੁਹਾਨੂੰ ਪਤਾ ਲੱਗੂਗਾ ਕੱਲੇ ਕੱਲੇ ਅੱਖਰ ਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਕੀ ਉਪਦੇਸ਼ ਦੇ ਰਹੇ। ਐਜੂਕੇਸ਼ਨ ਦੀ ਗੱਲ ਕਰ ਰਹੇ ਸੀ। ਐਜੂਕੇਸ਼ਨ ਸਾਨੂੰ ਕਿਸ ਤਰੀਕੇ ਨਾਲ ਕੰਟਰੋਲ ਕਰਦੀ ਹੈ? ਦੋ ਕਿਤਾਬਾਂ ਨੇ, ਇੱਕ ਹੈ ਕੈਥਰੀਨ ਐਕਲਸਟੋਨ ਦੀ ਹੈ ਤੇ ਡੈਨਿਸ ਹਾਏ ਦੀ ਡੇਂਜਰਸ ਯੂਸ ਆਫ ਥੈਰੇਪੈਟਿਕ ਐਜੂਕੇਸ਼ਨ, ਕਿ ਜਿਹੜੀ ਅੱਜ ਦੀ ਪੜ੍ਹਾਈ ਆ ਉਹਦਾ ਡੇਂਜਰਸ ਯੂਸ ਕਿਵੇਂ ਹੁੰਦਾ, ਕਿਵੇਂ ਲੋਕਾਂ ਦੇ ਬ੍ਰੇਨ ਨੂੰ ਇੱਕ ਹੀ ਚੀਜ਼ ਸਿਖਾਈ ਜਾਂਦੀ ਹੈ, ਇੱਕ ਹੀ ਸਿਲੇਬਸ ਪੜ੍ਹਾਇਆ ਜਾਂਦਾ, ਉਹ ਰਿਵਾਈਵ ਨਹੀਂ ਹੁੰਦਾ। ਅਸੀਂ ਸਬਜੈਕਟ ਨਹੀਂ ਪੜ੍ਹਦੇ, ਅਸੀਂ ਸਿਲੇਬਸ ਪੜ੍ਹਦੇ ਹਾਂ, ਸਾਰਿਆਂ ਨੂੰ ਪਤਾ ਹੈ ਨਾ। ਤੇ ਸਾਡੇ ਸਿਲੇਬਸ ਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਕਿ ਆਹ ਪੜ੍ਹ ਲਓ ਜਾਂ ਆਹ ਪੜ੍ਹ ਲਓ। ਪੇਪਰ ਦੇ ਵਿੱਚ ਵੀ ਆਪਸ਼ਨ ਹੁੰਦੀ ਹੈ ਆਹ ਪੜ੍ਹ ਲਓ ਜਾਂ ਆਹ ਪੜ੍ਹ ਲਓ। ਜਦੋਂ ਆਪਸ਼ਨਾਂ ਆ ਜਾਣ ਕਿ ਅਸੀਂ ਪੂਰਾ ਸਿਲੇਬਸ ਪੜ੍ਹਦੇ ਹਾਂ? ਫਿਰ ਨਹੀਂ ਪੜ੍ਹਦੇ। ਜਦੋਂ ਆਪਸ਼ਨਾਂ ਆ ਜਾਣ ਕੀ ਅਸੀਂ ਸਬਜੈਕਟ ਦੀ ਜਾਣਕਾਰੀ ਪੜ੍ਹਦੇ ਹਾਂ? ਨਹੀਂ ਪੜ੍ਹਦੇ। ਅਸੀਂ ਕੀ ਕਰਦੇ ਹਾਂ? ਅਸੀਂ ਕਹਿੰਦੇ ਹਾਂ ਕਿ ਸੌਖਾ ਪੜ੍ਹ ਲਿਆ ਜਾਵੇ, ਇਹ ਪ੍ਰਸ਼ਨ ਦਾ ਉੱਤਰ ਜਾਂ ਇਸ ਟੌਪਿਕ ਦਾ ਉੱਤਰ ਸੌਖਾ ਆ, ਸੌਖਾ ਪੜ੍ਹ ਲਿਆ ਜਾਵੇ। ਇਹਦੇ ਨਾਲ ਸਾਡੀ ਇੱਕ ਆਦਤ ਬਣ ਜਾਂਦੀ ਹੈ,
ਅਸੀਂ ਸੁਖੈਣ ਪਾਸੇ ਵੱਲ ਜਾਣ ਦੀ ਕੋਸ਼ਿਸ਼ ਕਰਦੇ। ਜਿਹੜੀ ਚੀਜ਼ ਥੋੜ੍ਹੀ ਸਾਡੇ ਲਈ ਕਠਿਨ ਹੋਵੇ ਅਸੀਂ ਉਹਨੂੰ ਛੱਡਣਾ, ਤਿਆਗਣਾ ਸ਼ੁਰੂ ਕਰ ਦਿੰਦੇ ਹਾਂ। ਇਹਦੇ ਨਾਲ ਕੀ ਹੁੰਦਾ, ਸਾਡਾ ਜਿਹੜਾ ਮੋਟੀਵੇਸ਼ਨ ਹੈ ਜਾਂ ਸੈਲਫ ਸਟੀਮ ਹੈ ਉਹ ਡੇ ਬਾਏ ਡੇ ਜਿਹੜੀ ਆ ਉਹ ਸਮਝੌਤਾਵਾਦੀ ਹੁੰਦੀ ਜਾਂਦੀ ਹੈ। ਤੇ ਜਿਹੜੀਆਂ ਕੌਮਾਂ ਦੇ ਨੌਜਵਾਨ ਸਮਝੌਤਾਵਾਦੀ ਹੋ ਜਾਣ ਉਹ ਕੌਮਾਂ ਆਪਣੇ ਫੈਸਲੇ, ਆਪਣੀਆਂ ਮੰਗਾਂ ਨਹੀਂ ਮਨਵਾ ਸਕਦੀਆਂ ਕਿ ਆਹ ਨਹੀਂ ਤੇ ਆਹ ਕਰ ਲਓ। ਜਦੋਂ ਅਸੀਂ ਸਿਲੇਬਸ ਪੜ੍ਹਨਾ ਸਾਡੇ 'ਚ ਆਪਸ਼ਨ ਨਹੀਂ ਹੋਣੀ ਚਾਹੀਦੀ। ਕਦੀ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਾਉਂਦਿਆਂ ਗ੍ਰੰਥੀ ਸਿੰਘ ਨੇ ਕਿਹਾ ਹੋਵੇ ਕਿ ਭਾਈ ਇਕੱਲਾ ਜਪਜੀ ਸਾਹਿਬ ਸਿੱਖ ਲਓ, ਹੁਣ ਇੱਥੇ ਸ਼ਲੋਕ ਸਹਿਸਕ੍ਰਿਤੀ ਆ ਗਏ ਬੜੇ ਮਹਿੰਗੇ ਆ, ਇਹਨਾਂ ਨੂੰ ਛੱਡ ਦਿਓ, ਹੁਣ 12ਵਾਂ ਪੜ੍ਹ ਲਓ ਉਹਦੀ ਥਾਂ ਦੇ ਉੱਤੇ। ਸਾਨੂੰ 1 ਓਂਕਾਰ ਤੋਂ ਲੈ ਕੇ 18, 10, 20 ਤੱਕ ਇੱਕ ਸਮਾਨ ਪੜ੍ਹਨਾ ਪੈਂਦਾ। ਇਹ ਵਿਦਿਆ ਹੈ। ਪਰ ਜਿੱਥੇ ਅਵਿਦਿਆ ਸਿਖਾਈ ਜਾ ਰਹੀ ਹੈ, ਯੂਨੀਵਰਸਿਟੀਆਂ ਦੀ ਪੜ੍ਹਾਈ, ਦੀ ਡੇਂਜਰਸ ਯੂਸ ਆਫ ਥੈਰਾਪੈਟਿਕ ਐਜੂਕੇਸ਼ਨ, ਤੁਹਾਡੇ ਕੋਲੋਂ ਆਰਟਸ ਖਤਮ ਕਰਾਈ ਜਾ ਰਹੀ ਹੈ। ਕਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਦਿਆਂ ਤੁਸੀਂ ਕੋਈ ਆਰਟਸ ਸਿੱਖੀ ਹੋਵੇ, ਕੋਈ ਵਾਇਲਨ ਵਜਾਉਣੀ ਸਿੱਖੀ ਹੋਵੇ, ਕੋਈ ਬੁੱਤ ਘੜਨਾ ਸਿੱਖਿਆ ਹੋਵੇ, ਹੱਥ ਦੀ ਜਿਹੜੀ ਕਲਾ ਉਹ ਤਾਂ ਖਤਮ ਹੁੰਦੀ ਜਾ ਰਹੀ ਹੈ। ਅੱਜ ਸਾਡੀ ਬੇਰੁਜ਼ਗਾਰੀ ਦਾ ਵੱਡਾ ਕਾਰਨ ਵੀ ਇਹ ਹੈ। ਪੰਜਾਬ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਵੱਡਾ ਕਾਰਨ ਇਹ ਹੈ ਕਿ ਸਾਡੇ ਕੋਲ ਸਕਿੱਲ ਹੀ ਕੋਈ ਨਹੀਂ। 22 ਸਾਲ 23 ਸਾਲ ਨਰਸਰੀ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਤੱਕ ਲੱਗ ਜਾਂਦੇ ਆ, ਪਰ ਬੱਚੇ ਦੇ ਹੱਥ ਦੇ ਵਿੱਚ ਇੱਕ ਕਾਗਜ਼ ਆ ਜਾਂਦਾ, ਡਿਗਰੀ ਆ ਜਾਂਦੀ ਵੀ ਇਹ ਪੜ੍ਹਿਆ, ਤੇ ਸਕਿੱਲ ਕੀ ਹੈ? ਨਾ ਤਾਂ ਉਹ ਟੂਟੀ ਫਿੱਟ ਕਰ ਸਕਦਾ, ਨਾ ਉਹ ਪ੍ਰਸ਼ਾਦੇ ਪਕਾ ਸਕਦਾ। ਅੱਜ ਕੁੜੀਆਂ ਵੀ ਕਹਿ ਦਿੰਦੀਆਂ ਕਿ ਅਸੀਂ ਰੋਟੀ ਪਕਾਉਣੀ ਕਿਉਂ ਸਿੱਖਣੀ, ਅਸੀਂ ਤਾਂ ਪੜ੍ਹੀਆਂ ਲਿਖੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ, ਮਹਾਰਾਜ ਜੀ ਪੜ੍ਹਿਆ ਕੌਣ ਹੈ? ਮਹਾਰਾਜ ਕਹਿੰਦੇ ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣ ਅੰਤ। ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣ ਅੰਤ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਾਰ, ਅੱਖਰ ਕਾ ਭਿਓ ਨਾ ਲਹੰਤ। ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਕਹਿੰਦੇ ਉਹ ਲੋਕ ਗਧਿਆਂ ਵਰਗੇ ਨੇ ਜਿਹੜੇ ਬਿਨਾਂ ਗੁਣ ਤੋਂ ਅਭਿਮਾਨ ਕਰਦੇ ਨੇ। ਇੱਕ ਨਾ ਨਾਦ, ਨਾਦ ਕੀ ਹੁੰਦਾ ਹੈ? ਸੰਗੀਤ, ਵੇਦ ਗਿਆਨ, ਕਿਸੇ ਪਾਠ ਦੇ ਤੱਤ ਸਾਰ ਨੂੰ ਸਮਝਣਾ। ਗੀ ਰਸ, ਗੀਤ ਦਾ ਰਸ, ਕਿਸੇ ਕਵਿਤਾ ਦੀ ਸਿਰਜਣਾ ਕਰਨੀ। ਅੱਜ ਤੇ ਕਵਿਤਾ ਕੀ 2-4 ਪਿਛਲੀਆਂ ਟੇਕਾਂ ਜੋੜੀਆਂ ਤੇ ਕਵਿਤਾ ਬਣਾ ਲਈ, ਪਰ ਕਵਿਤਾ ਦਾ ਇੱਕ ਵਿਧਾਨ ਹੈ, ਉਹਦੇ ਲਈ ਪਿੰਗਲ ਪੜ੍ਹਨਾ ਪੈਂਦਾ। ਇਹਦੇ 'ਚ ਛੰਦ ਨੇ, ਦੋਹਰੇ ਨੇ, ਕਵਿਤ ਨੇ, ਸਵਈਏ ਨੇ, ਤੇ ਸਵਈਏ ਦੀਆਂ ਕਿਸਮਾਂ ਨੇ, ਦੋਹਰੇ ਦੀਆਂ ਕਿਸਮਾਂ ਨੇ, ਸੋਰਠੇ ਦੀਆਂ ਕਿਸਮਾਂ ਨੇ। ਹਰੇਕ ਕਾਵ ਛੰਦ ਦੀ ਬਣਤਰ ਬਿਨਾਂ ਮਾਤਰਾਵਾਂ ਤੋਂ ਨਹੀਂ ਹੁੰਦੀ। ਸਾਨੂੰ ਇਹ ਵੀ ਨਹੀਂ ਆਉਂਦੀ। ਰਸ ਕਸ ਨਾ ਜਾਣੰਤ, ਸਾਨੂੰ ਪਦਾਰਥ ਤਿਆਰ ਕਰਨੇ ਵੀ ਨਹੀਂ ਆਉਂਦੇ। ਨਾ ਕੋਈ ਸਿੱਧੀ ਹੈ, ਨਾ ਕੋਈ ਬੁੱਧੀ ਹੈ, ਨਾ ਹੀ ਕੋਈ ਗਿਆਨ ਹੈ। ਫਿਰ ਇੱਕ ਅੱਖਰ ਦੇ ਅਰਥ ਤੱਕ ਨਹੀਂ ਪਤਾ। ਇੱਕ ਅੱਖਰ ਦੀ ਕੀ ਮਹਾਨਤਾ, ਕੀ ਵਿਆਖਿਆ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ 52 ਅੱਖਰੀ ਦੇ ਵਿੱਚ ਦੱਖਣੀ ਓਂਕਾਰ ਦੇ ਵਿੱਚ ਦੱਸੀ ਹੈ, ਸਾਨੂੰ ਪੜ੍ਹਾਇਆ। ਇਹ ਸਾਡੀ ਵਿਦਿਆ ਨਾ। ਸਾਨੂੰ ਕੋਈ ਪੁੱਛ ਲੇ ਗੁਰੂ ਕੇ ਸਿੱਖੋ, ਗੁਰੂ ਨਾਨਕ ਸਾਹਿਬ ਜੀ ਮਹਾਨ ਵਿਦਿਅਕ ਸਨ, ਉਹਨਾਂ ਨੇ ਵਿਦਿਆ ਪੜ੍ਹਾਈ। ਤੁਸੀਂ ਪੜ੍ਹੀ ਵਿਦਿਆ? ਉਹਨਾਂ ਨੇ ਕੱਲੇ ਕੱਲੇ ਗੁਰਬਾਣੀ ਦੇ ਅੱਖਰ ਦਾ ਅਰਥ ਦੱਸਿਆ, ਵਿਸਥਾਰ ਦੱਸਿਆ ਕਿ ਕੱਲਾ ਕੱਲਾ ਅੱਖਰ ਕੀ ਕਹਿੰਦਾ। ਅਸੀਂ ਸਿੱਖਿਆ, ਸਾਨੂੰ ਕੋਈ ਸਵਾਲ ਕਰਦੇ ਦੁਨੀਆ 'ਚੋਂ ਆ ਕੇ ਕਿ ਅਸੀਂ ਵਿਦਿਅਕ ਹੋਵਾਂਗੇ ਕਿ ਅਵਿਦਿਅਕ ਹੋਵਾਂਗੇ। ਅਸੀਂ ਅਵਿਦਿਅਕ ਹੋਵਾਂਗੇ, ਕਿਉਂਕਿ ਇਹ ਵਿਦਿਆ ਜਿਹੜੀ ਹੈ ਇਹ ਕਿਸੇ ਉਸਤਾਦ ਕੋਲੋਂ ਪੜ੍ਹੇ ਬਿਨਾਂ ਤੁਹਾਨੂੰ ਨਹੀਂ ਆਉਣੀ। ਇਹ ਬਖਸ਼ਿਸ਼ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਦਿਆ। ਦੂਸਰੀ ਕਿਤਾਬ ਹੈ ਬ੍ਰਾਇਨ ਕੈਪਲਨ ਦੀ, ਦੀ ਕੇਸ ਅਗੇਂਸਟ ਐਜੂਕੇਸ਼ਨ ਸਿਸਟਮ, ਵੇਸਟ ਆਫ ਮਨੀ ਐਂਡ ਟਾਈਮ। ਇਹ ਬੜਾ ਸਪਸ਼ਟ ਹੈ। ਕਹਿੰਦਾ ਤੁਸੀਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਪੜ੍ਹਾਈ ਕਰਕੇ ਆਪਣਾ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਹੋ, ਕਿਉਂਕਿ ਅਜੋਕਾ ਵਿਦਿਆ ਤੰਤਰ, ਐਜੂਕੇਸ਼ਨ ਸਿਸਟਮ
ਤੁਹਾਡੇ ਦਿਮਾਗ ਦੇ ਵਿੱਚ ਗਿਆਨ ਨਹੀਂ ਆਉਣ ਦਿੰਦਾ, ਤੁਹਾਨੂੰ ਸਿਰਫ ਇਨਫੋਰਮੇਸ਼ਨ ਦਿੰਦਾ ਹੈ, ਤੇ ਇਨਫੋਰਮੇਸ਼ਨ ਕਿਸੇ ਵੀ ਕੰਮ ਦੀ ਚੀਜ਼ ਨਹੀਂ ਹੁੰਦੀ। ਤਿੰਨ ਚੀਜ਼ਾਂ ਨੇ, ਇੱਕ ਇਨਫੋਰਮੇਸ਼ਨ ਹੈ, ਇੱਕ ਨੌਲੇਜ ਹੈ, ਤੀਸਰੀ ਹੈ ਵਿਜ਼ਡਮ। ਇਨਫੋਰਮੇਸ਼ਨ ਕੀ ਹੁੰਦੀ ਹੈ? ਬਾਰੀ ਬਾਰੀ ਜਾਣਕਾਰੀ। ਜਿਵੇਂ ਅਸੀਂ ਕਹਿ ਦਈਏ ਕਿ ਹਿਮਾਚਲ ਦੇ ਵਿੱਚ ਇੱਕ ਪਾਉਂਟਾ ਸਾਹਿਬ ਸਥਾਨ ਹੈ, ਇਨਫੋਰਮੇਸ਼ਨ ਹੈ। ਨੌਲੇਜ ਇਹ ਹੈ ਕਿ ਕਿਸੇ ਨੇ ਆ ਕੇ ਦੱਸਿਆ ਕਿ ਇਸ ਪਾਸੇ ਨੂੰ ਰਸਤਾ ਜਾਂਦਾ। ਹਾਥੀ ਨਾਲ ਨਹੀਂ ਲੜ ਸਕਦਾ, ਪਰ ਜੇ ਗੁਰੂ ਚਾਵੇ ਤੇ ਗੁਰੂ ਦਾ ਸਿੱਖ ਜ਼ਰੂਰ ਲੜ ਸਕਦਾ। ਇੱਕ ਗੁਰੂ का ਸਿੱਖ ਜਿਹਨੂੰ ਆਤਮਿਕ ਗਿਆਨ ਹੈ, ਜਿਹਨੂੰ ਵਿਜ਼ਡਮ ਹੈ, ਉਹਨੂੰ ਫਿਰ ਦੱਸਣ ਦੀ ਤੇ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ ਵੀ ਗੁਰੂ ਕੀ ਹੁਕਮ ਕਰ ਰਿਹਾ। ਗੁਰਬਾਣੀ ਪੜ੍ਹੀ, ਅੰਦਰੋਂ ਲਿਵ ਜੁੜ ਗਈ ਤੇ ਉਹ ਸਿੱਖ ਵਿਦਿਅਕ ਬਣ ਗਿਆ। ਡਾਕਟਰ ਅਮਰਿੰਦਰ ਸਿੰਘ ਜੀ ਨੇ ਘੋੜੇ ਦੀ ਉਦਾਹਰਨ ਦਿੱਤੀ ਸੀ ਐਕਸਪੀਰੀਅੰਸ ਦੇ ਉੱਤੇ। ਇਹਦੇ ਤੇ ਕਿਤਾਬ ਹੈ ਦੀ ਵੈਰਾਈਟੀ ਆਫ ਰਿਲੀਜੀਅਸ ਐਕਸਪੀਰੀਅੰਸਿਸ ਫ੍ਰਿਸਟਾਲ ਦੀ। ਇਹ ਡਾਕਟਰ ਸਾਹਿਬ ਹੋਣਾ ਕੋਲ ਮੈਂ ਕਿਤਾਬ ਪ੍ਰਾਪਤ ਕੀਤੀ ਸੀ ਤੇ ਮੇਰੇ ਕੋਲ ਗਵਾਚ ਵੀ ਗਈ, ਫਿਰ ਨਵੀਂ ਵੀ ਲੈ ਕੇ ਦੇਣੀ ਪਈ। ਇਹ ਬੜੀ ਕਮਾਲ ਦੀ ਕਿਤਾਬ ਹੈ। ਇਹ ਡਾਕਟਰ ਸਾਹਿਬ ਨੇ ਇਹ ਉਦਾਹਰਨ ਉਸ ਕਿਤਾਬ ਦੇ ਵਿੱਚੋਂ ਦਿੱਤੀ ਕਿ ਬਿਨਾਂ ਐਕਸਪੀਰੀਅੰਸ ਤੋਂ ਤੁਸੀਂ ਆਤਮਿਕ ਆਨੰਦ ਨੂੰ, ਜਿਹੜੀ ਐਜੂਕੇਸ਼ਨ ਪਰਾ ਵਿੱਦਿਆ, ਜਿਹੜੀ ਅਧਿਆਤਮਿਕ ਵਿੱਦਿਆ, ਉਹ ਬਿਨਾਂ ਐਕਸਪੀਰੀਅੰਸ ਤੋਂ ਤੁਸੀਂ ਸਮਝ ਹੀ ਨਹੀਂ ਸਕਦੇ। ਇੱਕ ਤਾਂ ਪਹਿਲਾਂ ਤੁਹਾਨੂੰ ਤਿਆਰ ਹੋਣਾ ਪਊਗਾ ਕਿ ਇਸ ਵਿੱਦਿਆ ਨੂੰ ਸਮਝਣਾ, ਉਹਦੇ ਤੋਂ ਬਾਅਦ ਇਹਦਾ ਅਭਿਆਸ ਕਰਨਾ ਪਊਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਪਊਗੀ। ਅਸੀਂ ਆਪਣੇ ਨਾਮ ਦੇ ਨਾਲ ਖਾਲਸਾ ਲਗਾਉਂਦੇ ਹਾਂ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਤਮ ਰਸ ਜੇ ਜਾਣਈ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮਹਿਰਨ ਚਕਨਾਹਿਨ ਪੇਵ। ਜਿਨ੍ਹੇ ਆਤਮਿਕ ਰਸ ਜਾਣਿਆ ਉਹਦੇ ਵਿੱਚ, ਮੇਰੇ ਵਿੱਚ ਤੇ ਅਕਾਲ ਪੁਰਖ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਆਤਮਿਕ ਰਸ ਕਿੱਥੋਂ ਆਊਗਾ? BA ਕਰਕੇ, MA ਕਰਕੇ। ਜਦੋਂ MA ਦੇ ਪੇਪਰ ਹੁੰਦੇ ਆ ਤੇ ਬੰਦਿਆਂ ਨੂੰ ਪੁੱਛੋ ਡਿਪਰੈਸ਼ਨ ਹੀ ਆਉਂਦਾ, ਆਤਮਿਕ ਰਸ ਨਹੀਂ ਆਉਂਦਾ। ਇਹ ਮੈਂ ਕਲਾਸ ਜਾ ਕੇ ਦੇਖਿਆ। ਤੁਸੀਂ ਸਾਰੇ ਪੇਪਰ ਦਿੰਦੇ ਹੋ। ਵੱਡੀ ਗਿਣਤੀ 'ਚ ਵਿਦਿਆਰਥੀ ਪੜ੍ਹਾਈ ਦੇ ਬੋਝ ਕਰਕੇ ਸੁਸਾਈਡ ਕਰਦੇ ਦੇਖਿਆ, ਪਰ ਜਿਹੜਾ ਬੰਦਾ ਅਧਿਆਤਮਿਕ ਦੀ ਵਿੱਦਿਆ ਲੈ ਰਿਹਾ ਹੋਵੇ, ਕਦੀ ਉਹਦੇ ਮਨ ਦੇ ਵਿੱਚ ਸੁਸਾਈਡ ਕਰਨ ਦਾ ਥਾਟ ਆਇਆ? ਕਿ ਕੋਈ ਬੰਦਾ ਭਗਤੀ ਕਰਦਾ ਹੈ, ਪਰਮੇਸ਼ਰ ਦਾ ਅਰਾਧੀ ਹੈ, ਉਹਦੇ ਮਨ 'ਚ ਵਿਚਾਰ ਆਇਆ ਹੋਵੇ ਜਾਂ ਉਹ ਥੱਕ ਗਿਆ ਹੋਵੇ, ਇਹਦਾ ਰਸ ਦਿਨ ਬਾ ਦਿਨ ਵੱਧਦਾ ਹੀ ਜਾਂਦਾ। ਇੱਕ ਛੋਟੀ ਜਿਹੀ ਸਾਖੀ ਸੁਣਾ ਕੇ ਮੈਂ ਸਮਾਪਤੀ ਕਰਨੀ ਹੈ, ਪਰਚੀ ਪਹੁੰਚ ਚੁੱਕੀ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਦਰਬਾਰ ਲੱਗਾ ਤੇ ਮਹਾਰਾਜ ਜੀ ਕਹਿੰਦੇ ਕੋਈ ਸਿੰਘ ਹੋਵੇ ਜਿਹੜਾ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਵੇ। ਭਾਈ ਗੋਪਾਲਾ ਜੀ ਸੰਗਤ ਦੇ ਵਿੱਚ ਉੱਠੇ, ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਂ ਸ਼ੁੱਧ ਪਾਠ ਸੁਣਾਉਣ ਦਾ ਯਤਨ ਕਰਾਂਗਾ। ਸਤਿਗੁਰੂ ਸਾਹਿਬ ਜੀ ਥੱਲੇ ਬੈਠੇ ਭਾਈ ਗੋਪਾਲਾ ਜੀ ਨੂੰ ਉੱਚੇ ਥਾਂ ਤੇ ਬਿਠਾਇਆ। ਉਹਨਾਂ ਨੇ ਜਪਜੀ ਸਾਹਿਬ ਜੀ ਦਾ ਪਾਠ ਸੁਣਾਇਆ ਬੜੇ ਪਿਆਰ ਦੇ ਨਾਲ, ਸ਼ੁੱਧ ਪਾਠ, ਇੱਕ ਵੀ ਗਲਤੀ ਨਹੀਂ। ਜਦੋਂ ਪੰਕਤੀਆਂ ਪੜ੍ਹ ਰਹੇ ਸਨ, ਮੁੰਦਾ ਸੰਤੋਖ ਸਰਮਪਤ ਝੋਲੀ, ਤੇ ਕਾਬਲ ਤੋਂ ਸੰਗਤ ਆ ਗਈ। ਉਹ ਸਤਿਗੁਰੂ ਸਾਹਿਬ ਜੀ ਲਈ ਅਰਬੀ ਘੋੜੇ ਲੈ ਕੇ ਆਏ। ਉਹਨਾਂ ਲਿਆ ਕੇ ਘੋੜੇ ਸਾਹਮਣੇ ਬੰਨੇ ਤੇ ਭਾਈ ਸਾਹਿਬ ਜੀ ਦਾ ਧਿਆਨ ਘੋੜਿਆਂ 'ਤੇ ਪੈ ਗਿਆ। ਕਹਿੰਦੇ ਜੇ ਮਹਾਰਾਜ ਇੰਨੇ ਖੁਸ਼ ਆ ਨਾ, ਅੱਜ ਇੱਕ ਘੋੜੇ ਦੀ ਬਖਸ਼ਿਸ਼ ਕਰ ਦੇਣ। ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਹੋਈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਘੋੜੇ ਤੇ ਸੋਨੇ ਦੀ ਕਾਠੀ ਪਾ ਕੇ ਲਿਆਓ। ਸਿੱਖਾਂ ਨੂੰ ਲੱਗਾ ਗੁਰੂ ਸਾਹਿਬ ਆਪ ਸਵਾਰੀ ਕਰਨ ਲੱਗੇ। ਸੋਨੇ ਦੀ ਕਾਠੀ ਪਾਈ, ਲਿਆਂਦਾ ਤੇ ਮਹਾਰਾਜ ਕਹਿੰਦੇ ਭਾਈ ਗੋਪਾਲਾ ਜੀ ਆਓ ਆਪ ਜੀ ਘੋੜੇ ਤੇ ਸਵਾਰ ਹੋ, ਇਹ ਘੋੜਾ ਆਪ ਜੀ ਨੂੰ ਭੇਟ ਕਰਨਾ। ਭਾਈ ਗੋਪਾਲਾ ਜੀ ਵਿਰਾਗ 'ਚ ਆ ਗਏ। ਮਹਾਰਾਜ ਭੁੱਲ ਹੋ ਗਈ, ਮੈਂ ਤਾਂ ਬਸ ਫੁਰਨਾ ਹੀ ਕੀਤਾ ਸੀ। ਮਹਾਰਾਜ ਕਹਿੰਦੇ ਭਾਈ ਗੋਪਾਲਾ ਜੀ ਤੁਸੀਂ ਫੁਰਨਾ ਕਰ ਲਿਆ, ਜੇ ਫੁਰਨਾ ਨਾ ਕਰਦੇ ਅੱਜ ਗੁਰਤਾ ਹੀ ਤੁਹਾਨੂੰ ਸੌਂਪ ਦੇਣੀ ਸੀ। ਸਤਿ ਸ੍ਰੀ ਅਕਾਲ। ਕਹਿੰਦੇ ਅੱਜ ਗੁਰਤਾ ਹੀ ਤੁਹਾਨੂੰ ਸੌਂਪ ਦੇਣੀ ਸੀ। ਇਹ ਬਾਣੀ ਸ਼ੁੱਧ ਪੜ੍ਹਨ ਦਾ ਮਹਾਤਮ ਹੈ।
ਸ਼ੁੱਧ ਪਾਠ ਬਿਨ ਸ਼ੁੱਧ ਅਰਥ ਬਿਨ ਸ਼ੁੱਧ ਬੋਧ ਪਾਠ ਕੋ ਨ ਹੋਏ। ਸੰਥਿਆ ਕਰਨੀ, ਗੁਰਬਾਣੀ ਸਮਝਣੀ ਸਿੱਖਣੀ। ਇੱਕ ਮਿੰਟ, ਉਹ ਸਿੱਖ ਨੂੰ ਵਿਦਿਆ ਵਾਲੇ ਪਾਸੇ ਲੈ ਕੇ ਜਾਂਦੀ ਹੈ। ਜਿਹੜੀ ਵਿਦਿਆ ਬੋਲਦਿਆਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ, ਵਿਦਿਆ ਉਹ ਹੈ ਜਿਹੜੀ ਮੁਕਤੀ ਦੇ ਪਾਸੇ ਲੈ ਕੇ ਜਾਵੇ। ਵੇਦਾਂ ਨੇ ਵਿਦਿਆ ਉਹਨੂੰ ਕਿਹਾ ਸਾ ਵਿਦਿਆ ਜਾਂ ਵਿਮੁਖੀਅਤੇ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜਿਹੜੀ ਬੰਦੇ ਦਾ ਪਰਉਪਕਾਰ ਕਰਦੇ। ਸੰਸਾਰ ਤੇ ਆ ਕੇ ਸਾਡਾ ਪਰਉਪਕਾਰ ਕਿਹਦੇ ਨਾਲ ਹੋਣਾ ਹੈ? ਬਹੁਤੇ ਪਦਾਰਥ ਇਕੱਠੇ ਕਰ ਲੈਣੇ ਪਰਉਪਕਾਰ ਨਹੀਂ ਹੈ। ਪਰਉਪਕਾਰ ਉਹ ਹੈ ਕਿ ਜੀਵ ਪਰਮੇਸ਼ਰ ਤੋਂ ਟੁੱਟਾ ਹੋਇਆ, ਜੀਵ ਕਰਮਾਂ ਦੇ ਚੱਕਰ 'ਚ ਪਿਆ ਹੋਇਆ, ਤੇ ਇਹਦੇ ਤੇ ਇਹੋ ਜਿਹੀ ਬਖਸ਼ਿਸ਼ ਹੋ ਜਾਏ ਕਿ ਇਹ ਕਰਮ ਚੱਕਰ 'ਚੋਂ ਨਿਕਲ ਕੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਪੇਧ ਹੋ ਕੇ ਇੱਕ ਸਦੀਵੀ ਆਤਮਿਕ ਰਸ ਦੇ ਵਿੱਚ ਪਹੁੰਚ ਕੇ ਖਾਲਸਾ ਬਣ ਜਾਏ। ਜਿਹੜੀ ਵਿਦਿਆ ਮਨੁੱਖ ਨੂੰ ਖਾਲਸਾ ਬਣਾਉਂਦੀ ਹੈ ਉਹੀ ਅਸਲ ਵਿਦਿਆ। ਇੱਥੋਂ ਤੱਕ ਬੋਲਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਜਿੰਨੇ ਵਿਦਿਆਰਥੀ ਆਏ ਹੋ, ਜਿਨ੍ਹਾਂ ਨੇ ਸੁਣਿਆ ਬਹਿ ਕੇ, ਸਾਰਿਆਂ ਦਾ ਧੰਨਵਾਦ। ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਜਾਣ ਸਮਝ ਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।